ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਜਹਾਂਗੀਰ ਜੋ ਕਸ਼ਮੀਰ ਦੀ ਸੈਰ ਕਰਨ ਗਿਆ ਸੀ, ਉਹ ਕੁਝ ਮਹੀਨਿਆਂ ਪਿੱਛੋਂ ਉੱਥੇ ਬਿਮਾਰ ਹੋ ਕੇ ਜਦ ਵਾਪਸ ਮੁੜਿਆ ਤਾਂ ਦਮੇ ਦੀ ਬਿਮਾਰੀ ਨਾਲ ਰਸਤੇ ਵਿੱਚ ਹੀ ਅਕਤੂਬਰ ਸੰਨ 1627 ਵਿੱਚ ਹੀ ਅਕਾਲ ਚਲਾਣਾ ਕਰ ਗਿਆ। ਇਸ ਨੂੰ ਸ਼ਹਾਦਰੇ ਲਾਹੌਰ ਪਾਸ ਦਫਨਾਇਆ ਗਿਆ ਸੀ, ਜਿੱਥੇ ਇਸ ਦਾ ਇੱਕ ਸੁੰਦਰ ਮਕਬਰਾ ਬਣਿਆ ਹੋਇਆ ਹੈ। ਇਸ ਉਪਰੰਤ ਇਸ ਦਾ ਪੁੱਤਰ ਸ਼ਾਹਜਹਾਨ ਦਿੱਲੀ ਦੇ ਤਖਤ ਉੱਤੇ ਬੈਠਿਆ। ਕਾਬਲ ਦੇ ਇੱਕ ਸ਼ਰਧਾਲੂ ਸਿੱਖ ਨੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਇਕੱਠਾ ਕਰਕੇ ਗੁਰੂ ਜੀ ਵਾਸਤੇ 1 ਲੱਖ ਰੁਪਏ ਦਾ ਇੱਕ ਘੋੜਾ ਇਰਾਕ ਦੇ ਸੌਦਾਗਰ ਪਾਸੋਂ ਖਰੀਦ ਲਿਆ ਅਤੇ ਕਾਬਲ ਕੰਧਾਰ ਦੀ ਸੰਗਤ ਨਾਲ ਜਦ ਉਹ ਸਿੱਖ ਘੋੜਾ ਲੈ ਕੇ ਅਟਕ ਦਰਿਆ ਤੋਂ ਪਾਰ ਹੋਇਆ ਤਾਂ ਸ਼ਾਹਜਹਾਨ ਦੇ ਇੱਕ ਉਮਰਾਵ ਨੇ, ਜੋ ਸ਼ਾਹਜਹਾਨ ਵਾਸਤੇ ਚੰਗੇ ਘੋੜੇ ਖਰੀਦਦਾ ਫਿਰਦਾ ਸੀ, ਉਸ ਨੇ ਸਿੱਖ ਨੂੰ ਕਿਹਾ, ਇਹ ਘੋੜਾ ਪਾਤਸ਼ਾਹ ਸ਼ਾਹਜਹਾਨ ਦੇ ਲਾਇਕ ਹੈ, ਤੂੰ ਇਸ ਦਾ ਮੁੱਲ ਲੈ ਲੈ। ਪਰ ਸਿੱਖ ਨੇ ਕਿਹਾ, ਇਹ ਘੋੜਾ ਮੈਂ ਗੁਰੂ ਜੀ ਨਮਿਤ ਖਰੀਦ ਕੇ ਉਹਨਾਂ ਦੀ ਭੇਟਾ ਕਰਨ ਜਾ ਰਿਹਾ ਹਾਂ, ਇਸ ਨੂੰ ਕਿਸੇ ਦੂਸਰੇ ਪਾਸ ਵੇਚ ਨਹੀਂ ਸਕਦਾ। ਪਰ ਸ਼ਾਹਜਹਾਨ ਨੇ ਘੋੜੇ ਦੀ ਸਿਫਤ ਸੁਣ ਕੇ ਆਪਣੇ ਸਿਪਾਹੀ ਭੇਜ ਕੇ ਸਿੱਖ ਪਾਸੋਂ ਘੋੜਾ ਜ਼ਬਰਦਸਤੀ ਲੈ ਕੇ ਆਪਣੇ ਤਬੇਲੇ ਵਿੱਚ ਬੰਨ੍ਹ ਲਿਆ। ਇਹ ਗੱਲ ਜਦ ਸਿੱਖ ਨੇ ਗੁਰੂ ਜੀ ਪਾਸ ਜਾ ਕੇ ਬੜੇ ਦੁੱਖ ਨਾਲ ਦੱਸੀ ਤਾਂ ਆਪ ਜੀ ਨੇ ਕਿਹਾ, ਗੁਰੂ ਕੇ ਸਿੱਖਾ, ਤੂੰ ਚਿੰਤਾ ਨਾ ਕਰ, ਤੇਰੀ ਭੇਟਾ ਸਾਨੂੰ ਪ੍ਰਵਾਨ ਹੋ ਗਈ ਹੈ, ਘੋੜਾ ਸਾਡੇ ਪਾਸ ਛੇਤੀ ਆ ਜਾਵੇਗਾ। ਘੋੜੇ ਨੂੰ ਵੇਖ ਕੇ ਸ਼ਾਹਜਹਾਨ ਬਹੁਤ ਖੁਸ਼ ਹੋਇਆ ਅਤੇ ਉਸ ਦੀ ਸੇਵਾ ਅਤੇ ਦੇਖਭਾਲ ਵਾਸਤੇ ਸੇਵਾਦਾਰ ਨਿਯਤ ਕਰ ਦਿੱਤੇ। ਪਰ ਘੋੜਾ ਥੋੜ੍ਹੇ ਦਿਨਾਂ ਉਪਰੰਤ ਹੀ ਬਿਮਾਰ ਹੋ ਗਿਆ ਅਤੇ ਉਸਨੇ ਦਾਣਾ ਪੱਠਾ ਖਾਣਾ ਅਤੇ ਪਾਣੀ ਪੀਣਾ ਛੱਡ ਦਿੱਤਾ। ਇੱਕ ਪੈਰ ਜ਼ਮੀਨ ਤੋਂ ਚੁੱਕ ਲਿਆ ਅਤੇ ਲੰਗੜਾ ਹੋ ਕੇ ਤੁਰਨ ਲੱਗਾ। ਤਦ ਸ਼ਾਹਜਹਾਨ ਦੇ ਸਲੋਤਰੀ ਨੇ ਘੋੜੇ ਨੂੰ ਵੇਖ ਕੇ ਸਲਾਹ ਦਿੱਤੀ ਕਿ ਇਸ ਘੋੜੇ ਨੂੰ ਤੁਰਤ ਹੀ ਤਬੇਲੇ ਤੋਂ ਕੱਢ ਦੇਣਾ ਚਾਹੀਦਾ ਹੈ, ਨਹੀਂ ਤਾਂ ਇਸ ਦੀ ਮੂੰਹ ਖੁਰ ਦੀ ਛੂਤ ਵਾਲੀ ਬਿਮਾਰੀ ਦੂਸਰੇ ਘੋੜਿਆਂ ਦੇ ਬਿਮਾਰ ਹੋਣ ਦਾ ਡਰ ਹੈ। ਪਾਤਸ਼ਾਹ ਨੇ ਘੋੜਿਆਂ ਦੇ ਇਲਾਜ ਕਰਨ ਵਾਸਤੇ ਸਲੋਤਰੀ ਦੀ ਸਲਾਹ ਮੰਨ ਕੇ ਘੋੜੇ ਆਪਣੇ ਕਾਜੀ ਰੁਸਤਮ ਖਾਂ ਨੂੰ ਦੇ ਦਿੱਤਾ। ਘੋੜਾ ਲੈ ਕੇ ਕਾਜੀ ਬਹੁਤ ਖੁਸ਼ ਹੋਇਆ ਅਤੇ ਉਸ ਦਾ ਇਲਾਜ ਕਰਨ ਲੱਗਾ। ਇੱਕ ਦਿਨ ਭਾਈ ਸੁਜਾਨ ਨੇ, ਜਿਸ ਨੇ ਇਹ ਘੋੜਾ ਕਾਬਲ ਤੋਂ ਲਿਆਂਦਾ ਸੀ, ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ, ਹੁਣ ਉਹ ਘੋੜਾ ਮੈਂ ਕਾਜੀ ਪਾਸ ਵੇਖਿਆ ਹੈ ਅਤੇ ਕੁਝ ਬਿਮਾਰ ਵੀ ਜਾਪਦਾ ਹੈ। ਤਦ ਗੁਰੂ ਜੀ ਨੇ ਕਾਜੀ ਨੂੰ ਸੱਦ ਕੇ ਸਾਰੀ ਗੱਲ ਉਸ ਪਾਸੋਂ ਪੁੱਛ ਕੇ ਕਿਹਾ ਕਿ ਜੇਕਰ ਇਸ ਨੂੰ ਵੇਚਣਾ ਚਾਹੇ ਤਾਂ ਸਾਡੇ ਪਾਸੋਂ ਇਸ ਦਾ 10,000 ਰੁਪਇਆ ਲੈ ਲੈ, ਅਸੀਂ ਇਲਾਜ ਕਰਕੇ ਰਾਜੀ ਕਰ ਲਵਾਂਗੇ। ਕਾਜੀ ਨੇ ਘੋੜੇ ਦਾ ਮੁੱਲ 10,000 ਮੰਨ ਕੇ ਘੋੜਾ ਗੁਰੂ ਜੀ ਨੂੰ ਦੇ ਦਿੱਤਾ। ਗੁਰੂ ਜੀ ਨੇ ਘੋੜੇ ਦਾ ਇਲਾਜ ਆਪਣੇ ਸਲੋਤਰੀਆਂ ਪਾਸੋਂ ਕਰਵਾਇਆ, ਜਿਸ ਨਾਲ ਘੋੜਾ ਰਾਜੀ ਹੋ ਕੇ ਘਾਹ ਦਾਣਾ ਵੀ ਖਾਣ ਲੱਗ ਗਿਆ ਅਤੇ ਲੰਗੜੀ ਲੱਤ ਵੀ ਜ਼ਮੀਨ 'ਤੇ ਲਾ ਲਈ। ਭਾਈ ਸੁਜਾਨ ਨੂੰ ਆਪਣਾ ਘੋੜਾ ਰਾਜੀ ਵੇਖ ਕੇ ਬੜੀ ਖੁਸ਼ੀ ਹੋਈ। ਗੁਰੂ ਜੀ ਨੇ ਉਸ ਉੱਤੇ ਸੁਨਹਿਰੀ ਕਾਠੀ ਪਵਾ ਕੇ ਜਦ ਸਵਾਰੀ ਕੀਤੀ ਤਾਂ ਭਾਈ ਸੁਜਾਨ ਨੇ ਕਿਹਾ, ਗੁਰੂ ਜੀ, ਅੱਜ ਮੇਰਾ ਮਨੋਰਥ ਪੂਰਾ ਹੋ ਗਿਆ ਹੈ, ਆਪ ਜੀ ਨੇ ਮੇਰੀ ਭਾਵਨਾ ਪੂਰੀ ਕਰ ਦਿੱਤੀ ਹੈ। ਗੁਰੂ ਜੀ ਬੋਲੇ, ਭਾਈ ਸੁਜਾਨ, ਤੂੰ ਨਿਹਾਲ ਹੋ ਗਿਆ ਹੈ, ਤੇਰਾ ਪ੍ਰੇਮ ਅਤੇ ਸ਼ਰਧਾ ਧਨ ਹੈ। ਇਸ ਤਰ੍ਹਾਂ ਭਾਈ ਸੁਜਾਨ ਆਪਣੀ ਮਨੋਭਾਵਨਾ ਪੂਰੀ ਕਰਕੇ ਆਪਣੇ ਦੇਸ਼ ਕਾਬਲ ਨੂੰ ਚਲਿਆ ਗਿਆ। ਕੁਝ ਸਮੇਂ ਬਾਅਦ ਜਦ ਕਾਜੀ ਨੂੰ ਪਤਾ ਲੱਗਾ ਕਿ ਘੋੜਾ ਰਾਜੀ ਹੋ ਗਿਆ ਹੈ ਤਾਂ ਉਸਨੇ ਇੱਕ ਦਿਨ ਗੁਰੂ ਜੀ ਪਾਸੋਂ ਪੈਸੇ ਮੰਗੇ। ਗੁਰੂ ਜੀ ਨੇ ਕਿਹਾ, ਅਸੀਂ ਤੈਨੂੰ ਅੰਮ੍ਰਿਤਸਰ ਜਾ ਕੇ ਪੈਸੇ ਭੇਜ ਦਿਆਂਗੇ। ਕਾਜੀ ਨੇ ਕਿਹਾ, ਜੇਕਰ ਪੈਸੇ ਨਹੀਂ ਤਾਂ ਮੇਰਾ ਘੋੜਾ ਵਾਪਿਸ ਕਰ ਦਿਓ। ਕੁਝ ਦਿਨ ਠਹਿਰ ਕੇ ਜਦ ਫਿਰ ਕਾਜੀ ਪੈਸੇ ਲੈਣ ਆਇਆ ਤਾਂ ਬਾਬਾ ਬੁੱਢਾ ਜੀ ਨੇ ਕਿਹਾ, ਗੁਰੂ ਜੀ ਇਸ ਸਮੇਂ ਵਿਸ਼ਰਾਮ ਕਰ ਰਹੇ ਹਨ, ਤੁਸੀਂ ਫੇਰ ਕਿਸੇ ਦਿਨ ਆਉਣਾ। ਕਾਜੀ ਨੇ ਕਿਹਾ, ਗੁਰੂ ਘਰ ਦਾ ਤੂੰ ਹੀ ਕਾਰਦਾਰ ਹੈ, ਮੈਂ ਤੇਰੇ ਪਾਸੋਂ ਹੀ ਪੈਸੇ ਲੈ ਕੇ ਜਾਵਾਂਗਾ।
ਜੇ ਨਹੀਂ ਦੇਵੇਂਗਾ ਤਾਂ ਮੈਂ ਸ਼ਾਹਜਹਾਨ ਨਾਲ ਗੱਲ ਕਰਕੇ ਤੇਰਾ ਦਮਾਦ ਬਣ ਕੇ ਤੇਰੇ ਪਾਸੋਂ ਲਵਾਂਗਾ। ਅੱਗੋਂ ਭਾਈ ਬੁੱਢਾ ਜੀ ਨੇ ਕਿਹਾ, ਜੇਕਰ ਗੁਰੂ ਜੀ ਹੀ ਤੇਰੇ ਦਮਾਦ ਬਣ ਜਾਣਗੇ ਤਾਂ ਫਿਰ ਤੂੰ ਪੈਸੇ ਉਹਨਾਂ ਪਾਸੋਂ ਕਿਸ ਤਰ੍ਹਾਂ ਲਵੇਂਗਾ। ਪਿੱਛੋਂ ਬਾਬਾ ਬੁੱਢਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਬਾਬਾ ਜੀ ਤੁਸਾਂ ਸਾਨੂੰ ਕਾਜੀ ਦਾ ਦਮਾਦ ਬਣਨਾ ਆਖ ਕੇ ਸਰਾਪ ਕਿਉਂ ਦੇ ਦਿੱਤਾ ਹੈ। ਬੁੱਢਾ ਜੀ ਨੇ ਕਿਹਾ, ਮਹਾਰਾਜ ਮੇਰੇ ਕੁਝ ਵਸ ਨਹੀਂ ਹੈ, ਜਿਵੇਂ ਤੁਸਾਂ ਅਖਵਾਈ ਤਿਵੇਂ ਹੀ ਮੈਂ ਆਖੀ ਹੈ। ਇੱਕ ਦਿਨ ਜਦ ਗੁਰੂ ਜੀ ਆਪਣੇ ਕੁਝ ਸਿੱਖਾਂ ਨਾਲ ਸਾਈਂ ਮੀਆਂ ਮੀਰ ਜੀ ਦੇ ਡੇਰੇ ਪਾਸੋਂ ਲੰਘਣ ਲੱਗੇ ਤਾਂ ਸਾਈਂ ਜੀ ਨੇ ਕਿਹਾ, ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਡੇਰੇ ਲਿਜਾ ਕੇ ਆਪਣੇ ਆਸਣ ਉੱਤੇ ਬਿਠਾਇਆ ਅਤੇ ਅੱਲਾ ਦਾ ਨੂਰ ਕਿਹਾ। ਜਦ ਗੁਰੂ ਜੀ ਦਾ ਕੁਝ ਸਮਾਂ ਬੈਠ ਕੇ ਤੁਰਨ ਲੱਗੇ ਤਾਂ ਮੀਆਂ ਮੀਰ ਜੀ ਨੇ ਫਿਰ ਸਿਜਦਾ ਕਰਕੇ ਆਪ ਜੀ ਨੂੰ ਵਿਦਾ ਕੀਤਾ। ਇਸ ਸਮੇਂ ਰੁਸਤਮ ਖਾਂ ਦੀ ਲੜਕੀ ਕੌਲਾਂ ਵੀ ਸਾਈਂ ਜੀ ਦੇ ਪਾਸ ਹੋਰ ਮੁਰੀਦਾਂ ਨਾਲ ਇੱਕ ਪਾਸੇ ਬੈਠੀ ਗੁਰੂ ਜੀ ਦੇ ਦਰਸ਼ਨ ਕਰ ਰਹੀ ਸੀ। ਜਦ ਗੁਰੂ ਜੀ ਉੱਥੋਂ ਚਲੇ ਗਏ ਤਾਂ ਕੌਲਾਂ ਨੇ ਪੀਰ ਜੀ ਨੂੰ ਕਿਹਾ ਕਿ ਆਪ ਜੀ ਨੇ ਇਹਨਾਂ ਨੂੰ ਅੱਲਾ ਦਾ ਨੂਰ ਕਿਸ ਤਰ੍ਹਾਂ ਆਖਿਆ ਹੈ। ਪੀਰ ਨੇ ਕਿਹਾ, ਬੇਟਾ ਇਹ ਵਲੀ ਅੱਲਾ ਗੁਰੂ ਨਾਨਕ ਜੀ ਦੇ ਗੱਦੀ ਨਸ਼ੀਨ ਹਨ ਅਤੇ ਇਹਨਾਂ ਦਾ ਨਿਵਾਸ ਅਸਥਾਨ ਅੰਮ੍ਰਿਤਸਰ ਹੈ। ਇਹ ਬੜੀ ਸ਼ਕਤੀ ਦੇ ਮਾਲਕ ਹਨ। ਇਸ ਤਰ੍ਹਾਂ ਮਹਿਮਾ ਸੁਣ ਕੇ ਕੌਲਾਂ ਨੂੰ ਗੁਰੂ ਘਰ ਉੱਤੇ ਬਹੁਤ ਸ਼ਰਧਾ ਹੋ ਗਈ। ਦੂਸਰੇ ਜੁਮੇ ਵਾਲੇ ਦਿਨ ਜਦ ਫਿਰ ਕੌਲਾਂ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਆਈ ਤਾਂ ਉਸ ਸਮੇਂ ਇੱਕ ਸਿੱਖ ਇੱਕ ਪਾਸੇ ਬੈਠ ਕੇ ਬੜੀ ਮਿੱਠੀ ਆਵਾਜ਼ ਨਾਲ ਸੁਖਮਣੀ ਸਾਹਿਬ ਪੜ੍ਹ ਰਿਹਾ ਸੀ। ਉਸ ਨੂੰ ਪੀਰ ਨੇ ਸੱਦ ਕੇ ਪੁੱਛਿਆ, ਇਹ ਕਿਸ ਦੀ ਬਾਣੀ ਹੈ। ਸਿੱਖ ਨੇ ਕਿਹਾ, ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਬਾਣੀ ਹੈ। ਤਦ ਪੀਰ ਨੇ ਸਾਰਾ ਸੁਖਮਣੀ ਸਾਹਿਬ ਦਾ ਪਾਠ ਬੜੀ ਸ਼ਰਧਾ ਤੇ ਧਿਆਨ ਨਾਲ ਸੁਣ ਕੇ ਗੁਰੂ ਘਰ ਦੀ ਬਹੁਤ ਉਸਤਤੀ ਕੀਤੀ। ਇਸ ਦੇ ਨਾਲ ਗੁਰਬਾਣੀ ਦਾ ਪਾਠ ਅਤੇ ਗੁਰੂ ਘਰ ਦੀ ਮਹਿਮਾ ਸੁਣ ਕੇ ਕੌਲਾਂ ਨੂੰ ਗੁਰੂ ਘਰ ਤੇ ਬਹੁਤ ਸ਼ਰਧਾ ਹੋ ਗਈ। ਕੌਲਾਂ ਦੀ ਗੁਰੂ ਘਰ ਤੇ ਸ਼ਰਧਾ ਵੇਖ ਕੇ ਕੌਲਾਂ ਦਾ ਪਿਤਾ ਕਾਜੀ ਅਤੇ ਉਸ ਦੀ ਮਾਂ ਉਸ ਨੂੰ ਬਹੁਤ ਗੁੱਸੇ ਹੁੰਦੇ, ਪਰ ਕੌਲਾਂ ਆਖੇ ਕਿ ਪੀਰਾਂ ਫਕੀਰਾਂ ਦੇ ਦਰਸ਼ਨ ਕਰਨ ਤੋਂ ਰੋਕਣਾ ਗੁਨਾਹ ਹੁੰਦਾ ਹੈ। ਇੱਕ ਦਿਨ ਕਾਜੀ ਨੇ ਕੌਲਾਂ ਨੂੰ ਬਹੁਤ ਮਾਰਿਆ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਇਸ ਤਰ੍ਹਾਂ ਦੁਖੀ ਹੋ ਕੇ ਰਾਤ ਕੌਲਾਂ ਨੇ ਆਪਣੀ ਦਾਸੀ ਨੂੰ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ, ਜਿਵੇਂ ਵੀ ਹੋਵੇ ਮੈਂ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦੀ ਹਾਂ, ਕਿਉਂਕਿ ਇੱਥੇ ਮੇਰਾ ਪਿਤਾ ਮੈਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੈ ਅਤੇ ਡਰ ਹੈ ਕਿ ਕਿਸੇ ਸਮੇਂ ਮੈਨੂੰ ਅਕਾਲ ਚਲਾਣਾ ਹੀ ਨਾ ਕਰਾ ਦੇਵੇ। ਗੁਰੂ ਜੀ ਨੇ ਇਸ ਦੇ ਉੱਤਰ ਵਿੱਚ ਦਾਸੀ ਨੂੰ ਕਿਹਾ ਕਿ ਕੱਲ ਅੱਧੀ ਰਾਤ ਸਮੇਂ ਕੌਲਾਂ ਨੂੰ ਕਹਿਣਾ, ਜਦ ਸਾਡੇ ਘੋੜੇ ਦੇ ਪੈਰਾਂ ਦਾ ਖੜਾਕ ਸੁਣੇ ਤਾਂ ਤਤਛਿਣ ਹੀ ਸਾਡੇ ਪਾਸ ਆ ਜਾਵੇ। ਇਹ ਬਚਨ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦਿ ਸਿੱਖਾਂ ਨੂੰ ਪਹਿਲਾਂ ਹੀ ਅੰਮ੍ਰਿਤਸਰ ਨੂੰ ਤੋਰ ਦਿੱਤਾ ਅਤੇ ਢਾਡੀਆਂ ਪਾਸੋਂ ਇਕੱਲੇ ਹੀ ਬੈਠ ਕੇ ਵਾਰਾਂ ਸੁਣਨ ਲੱਗ ਗਏ। ਉਪਰੰਤ ਜਦ ਅੱਧੀ ਰਾਤ ਬੀਤ ਗਈ ਤਾਂ ਗੁਰੂ ਜੀ ਘੋੜ ਸਵਾਰ ਹੋ ਕੇ ਕਾਜੀ ਦੇ ਘਰ ਪਾਸ ਚਲੇ ਗਏ। ਕੌਲਾਂ ਜੋ ਪਹਿਲਾਂ ਹੀ ਤਿਆਰ ਹੋ ਕੇ ਉਡੀਕ ਰਹੀ ਸੀ, ਉਹ ਝੱਟ ਹੀ ਗੁਰੂ ਜੀ ਪਾਸ ਆ ਗਈ। ਗੁਰੂ ਜੀ ਨੇ ਉਸ ਨੂੰ ਆਪਣੇ ਪਿੱਛੇ ਘੋੜੇ ਉੱਤੇ ਬਿਠਾ ਲਿਆ ਅਤੇ ਘੋੜੇ ਨੂੰ ਤੇਜ਼ ਤੋਰ ਕੇ ਭਾਈ ਜੇਠਾ ਆਦਿ ਸਿੱਖਾਂ ਨੂੰ ਰਸਤੇ ਵਿੱਚ ਜਾ ਮਿਲੇ। ਇਸ ਤਰ੍ਹਾਂ ਰਾਤੋਂ ਰਾਤ ਚੱਲ ਕੇ ਗੁਰੂ ਜੀ ਗੁਰੂਸਰ ਸਤਲਾਣੀ ਦੇ ਮਕਾਮ ਪਹੁੰਚ ਗਏ। ਉੱਥੇ ਵਿਸ਼ਰਾਮ ਅਤੇ ਇਸ਼ਨਾਨ ਕਰਕੇ ਕੌਲਾਂ ਨੂੰ ਇੱਕ ਡੋਲੇ ਵਿੱਚ ਬਿਠਾ ਕੇ ਅੰਮ੍ਰਿਤਸਰ ਪਹੁੰਚ ਗਏ। ਜਦ ਇਸ ਗੱਲ ਦਾ ਮਾਤਾ ਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਆਖਿਆ, ਇਹ ਤੁਸਾਂ ਅਨੁਚਿਤ ਗੱਲ ਕੀਤੀ ਹੈ। ਆਪਣੀ ਉੱਚੀ ਕੁਲ ਦੇ ਵੱਡਿਆਂ ਦੀ ਇੱਜ਼ਤ ਦੀ ਵਿਚਾਰ ਨਹੀਂ ਕੀਤੀ। ਮਾਤਾ ਜੀ ਦੇ ਇਹ ਬਚਨ ਸੁਣ ਕੇ ਗੁਰੂ ਜੀ ਚੁੱਪ ਰਹੇ ਅਤੇ ਕੌਲਾਂ ਨੂੰ ਆਪਣੇ ਮਹਿਲਾਂ ਤੋਂ ਦੂਰ ਛੇਤੀ ਹੀ ਇੱਕ ਵੱਖਰਾ ਮਕਾਨ ਤਿਆਰ ਕਰਕੇ ਉੱਥੇ ਨਿਵਾਸ ਕਰਾ ਦਿੱਤਾ। ਇਹ ਨਿਵਾਸ ਅਸਥਾਨ ਕੌਲਸਰ ਸਰੋਵਰ ਦੀ ਦੱਖਣ ਦਿਸ਼ਾ ਮਾਈ ਕੌਲਾਂ ਦਾ ਅਸਥਾਨ ਪ੍ਰਸਿੱਧ ਹੈ। ਦੂਸਰੇ ਦਿਨ ਜਦ ਕਾਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਇੱਥੋਂ ਚਲੇ ਗਏ ਹਨ, ਉਹ ਇਹ ਵਿਚਾਰ ਕਰਕੇ
ਕਿ ਜੇ ਮੈਂ ਅੰਮ੍ਰਿਤਸਰ ਸ਼ੀਘਰ ਨਾ ਪਹੁੰਚਿਆ ਤਾਂ ਗੁਰੂ ਜੀ ਉੱਥੋਂ ਅੱਗੇ ਜੰਗਲ ਮਾਲਵੇ ਦੇਸ਼ ਨੂੰ ਚਲੇ ਜਾਣਗੇ ਅਤੇ ਉੱਥੇ ਮੇਰਾ ਪਹੁੰਚਣਾ ਕਠਿਨ ਹੋ ਜਾਵੇਗਾ। ਇਸ ਵਾਸਤੇ ਉਹ ਸ਼ੀਘਰ ਹੀ ਅੰਮ੍ਰਿਤਸਰ ਪਹੁੰਚ ਗਿਆ। ਕਾਜੀ ਨੇ ਗੁਰੂ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਮੇਰੀ ਰਕਮ ਮੈਨੂੰ ਸ਼ੀਘਰ ਹੀ ਦੇ ਦਿਓ, ਮੈਂ ਛੇਤੀ ਵਾਪਿਸ ਜਾਣਾ ਹੈ। ਕਾਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਤੁਸੀਂ ਰਾਤ ਠਹਿਰੋ ਅਤੇ ਦਿਨੇ ਅਸੀਂ ਤੁਹਾਨੂੰ ਹੁੰਡੀ ਲਿਖ ਦਿਆਂਗੇ, ਤੁਸੀਂ ਲਾਹੌਰ ਜਾ ਕੇ ਆਪਣੀ ਰਕਮ ਵਸੂਲ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।